शुरू। बिस्मिल्लाहिर्रहमानिर्रहीम। ਅੱਜ ਨਾ ਇੱਕ ਆਦਮੀ ਪੁਲਿਸ ਵਾਲਾ ਆਇਆ ਸੀ ਅਤੇ ਉਹ ਜਾਨਵਰਾਂ ਦੇ ਬਾਰੇ ਪੁੱਛਦਾ ਸੀ ਵੀ ਜੀ ਇਹ ਘਾਹ ਖਾਣੇ ਵਾਲੇ ਜਾਨਵਰ, ਪਰਿੰਦੇ, ਇਸ ਤਰ੍ਹਾਂ ਹੀ ਦੂਸਰੇ ਦਰਿੰਦੇ, ਇਹਨਾਂ ਦਾ ਹਲਾਲ ਹਰਾਮ ਦਾ ਕਿੱਦਾਂ ਪਤਾ ਲੱਗਦਾ ਕਿ ਆਹ ਹਰਾਮ ਆ ਜਾਂ ਇਹ ਹਲਾਲ ਆ। ਅਤੇ ਉਹਨੇ ਜਦ ਤੋਂ ਸੁਣਿਆ ਹੋਇਆ ਸੀ ਨਾ, ਉਹ ਕਹਿੰਦਾ ਸੀ ਵੀ ਕਹਿੰਦੇ ਜੀ ਜਿਨ੍ਹਾਂ ਦੇ ਇੱਦਾਂ ਖੁਰ ਫਟੇ ਹੋਣ ਉਹ ਹਲਾਲ ਆ, ਅਤੇ ਜਿਨ੍ਹਾਂ ਦੇ ਥੱਲਵੇਂ ਉਤਲੇ ਦੰਦ ਹੋਣ ਦੋਨੋਂ ਤਰਫ ਉਹ ਹਰਾਮ। ਮੈਂ ਕਿਹਾ ਬਈ ਇਸ ਤਰ੍ਹਾਂ ਨਹੀਂ ਹੈਗਾ, ਇਹ ਇਸ ਤਰ੍ਹਾਂ ਬਾਅਦ ਵਿੱਚ ਨਾ ਕਈ ਲੋਕਾਂ ਨੇ ਆਪਣੇ ਕੋਲੋਂ ਇਸ ਤਰ੍ਹਾਂ ਦਾ ਬਣਾਇਆ ਹੋਇਆ। ਇਸਲਾਮ ਜਿਹੜਾ ਨਾ, ਇਹਦਾ ਹਰ ਕੰਮ ਅਸੂਲ ਦੇ ਮੁਤਾਬਕ, ਕਾਨੂੰਨ ਦੇ ਮੁਤਾਬਕ ਹੈ। ਖੁਰ ਫਟੇ ਹੋਏ ਕਿੱਦਾਂ ਦੇਖੋਗੇ? ਜੰਗਲ 'ਚ ਸ਼ਿਕਾਰ ਕਰਨਾ ਕਿਸੇ ਜਾਨਵਰ ਦਾ, ਕਿੱਦਾਂ ਪਤਾ ਲੱਗੇ ਵੀ ਇਹਦੇ ਖੁਰ ਫਟੇ ਕਿ ਨਹੀਂ? ਨਜ਼ਦੀਕ ਤਾਂ ਨਹੀਂ ਆਉਣ ਦਿੰਦਾ ਜਾਨਵਰ, 'ਤੇ ਦੌੜ ਜਾਏਗਾ, ਪਰ ਉਹ ਕਿੱਦਾਂ ਪਤਾ ਲੱਗੇ? ਇਹਦੇ 'ਚ ਇਸਲਾਮ ਵਿੱਚ ਅਸੂਲ ਇਹ ਹੈ ਇਹਨਾਂ ਦਾ, ਜਿਹੜੇ ਚਰਿੰਦੇ ਘਾਹ ਖਾਣੇ ਵਾਲੇ ਜਾਨਵਰ ਆ ਵੀ ਇਹ ਹਲਾਲ ਆ ਕਿ ਹਰਾਮ ਆ। ਜਿਹੜਾ ਘਾਹ ਖਾ ਕੇ ਜੁਗਾਲੀ ਕਰੇ, ਹੋਰ ਕੋਈ ਚੀਜ਼ ਨਹੀਂ ਦੇਖਣ ਦੀ ਜ਼ਰੂਰਤ ਵੀ ਦੰਦ ਉੱਤੇ ਹੈਗੇ ਕਿ ਹੈ ਨਹੀਂ, ਥੱਲੇ ਹੈਗੇ ਜਾਂ ਹੈ ਨਹੀਂ, ਦੰਦ ਨਹੀਂ ਦੇਖਣ ਦੀ ਜ਼ਰੂਰਤ, ਖੁਰ ਨਹੀਂ ਦੇਖਣ ਦੀ ਜ਼ਰੂਰਤ। ਉਹਦੇ 'ਚ ਇਹ ਆ ਕਿ ਉਹ ਘਾਹ ਖਾਵੇ ਅਤੇ ਬਾਅਦ 'ਚ ਜੁਗਾਲੀ ਕਰੇ। ਕਿੰਨੇ ਜਾਨਵਰ ਐਸੇ ਹੈਗੇ ਆ ਜਿਨ੍ਹਾਂ ਦੇ ਖੁਰ ਹੀ ਨਹੀਂ ਹੁੰਦੇ, ਦੰਦ ਵੀ ਦੋਨੋਂ ਪਾਸੇ ਹੁੰਦੇ, ਜਿਸ ਤਰ੍ਹਾਂ ਖਰਗੋਸ਼ ਹੈ ਔਰ ਉਹ ਹਲਾਲ ਹੈ। ਉਹਦੇ 'ਤੇ ਨੌਂਦਰਾਂ ਹੁੰਦੀਆਂ, ਪੰਜਾ ਹੈ, ਖੁਰ ਨਹੀਂ ਹੈਗਾ, ਲੇਕਿਨ ਉਹ ਜੁਗਾਲੀ ਕਰਦਾ, ਇਸ ਵਾਸਤੇ ਉਹ ਹਲਾਲ ਹੈ। ਇਹਨਾਂ ਦਾ ਅਸੂਲ, ਘਾਹ ਖਾਣ ਵਾਲੇ ਸਾਰੇ ਜਾਨਵਰਾਂ ਦਾ ਇੱਕੋ ਹੀ ਇਹੀ ਅਸੂਲ ਦੇਖਣਾ ਕਿ ਘਾਹ ਖਾਵੇ, ਜੁਗਾਲੀ ਕਰੇ, ਫਿਰ ਉਹ ਹਲਾਲ ਹੈ। ਇਸ ਤਰ੍ਹਾਂ ਹੁਣ ਘੋੜਾ, ਗਧਾ ਵਗੈਰਾ ਜਿਹੜੇ ਹੈਗੇ, ਇਹ ਘਾਹ ਤਾਂ ਖਾਂਦੇ ਆ ਲੇਕਿਨ ਜੁਗਾਲੀ ਨਹੀਂ ਕਰਦੇ। ਇਸ ਤਰ੍ਹਾਂ ਹੋਰ ਬਾਕੀ ਚੀਜ਼ਾਂ, ਨਿਸ਼ਾਨੀਆਂ ਦੇਖਣ ਦੀ ਨਹੀਂ ਜ਼ਰੂਰਤ, ਇਹਨਾਂ ਦੀ ਇੱਕੋ ਹੀ ਇਹੀ ਨਿਸ਼ਾਨੀ ਦੇਖਣੀ ਹੈ ਕਿ ਜਿਹੜਾ ਜਾਨਵਰ ਘਾਹ ਖਾਂਦਾ, ਜੁਗਾਲੀ ਕਰਦਾ, ਬਸ ਉਹ ਹਲਾਲ ਆ। ਪੈਰ ਉਹਦੇ ਜਿੱਦਾਂ ਦੇ ਮਰਜ਼ੀ ਹੋਣ, ਦੰਦ ਭਾਵੇਂ ਉਤਲੇ ਹੋਣ ਨਾ ਹੋਣ, ਕੋਈ ਜ਼ਰੂਰਤ ਨਹੀਂ। ਦੂਸਰੇ ਰਹਿ ਗਏ ਪਰਿੰਦੇ। ਪਰਿੰਦਿਆਂ ਦਾ ਵੀ ਕਈ ਕਹਿਣਗੇ ਜਿਹਦੇ ਕੰਨ ਅੰਦਰ ਆ, ਕਿਸੇ ਦੇ ਕੰਨ ਬਾਹਰ ਆ, ਇਹ ਹਲਾਲ ਆ ਉਹ ਹਰਾਮ ਆ। ਕੋਈ ਕੰਨ ਦੇਖਣ ਦੀ ਜ਼ਰੂਰਤ ਨਹੀਂ। ਇਹਨਾਂ ਦਾ ਦੇਖਣਾ ਇਹ ਹੈ ਕਿ ਉਹਨਾਂ ਦੇ ਅੱਗੇ ਰੋਟੀ ਵਗੈਰਾ ਤੁਸੀਂ ਸਿੱਟੋ, ਜੇ ਤਾਂ ਉਹ ਰੋਟੀ 'ਤੇ ਪੈਰ ਰੱਖ ਕੇ ਉਹਨੂੰ ਤੋੜਦੇ ਆ ਚੁੰਝ ਨਾਲ, ਉਹ ਹਰਾਮ ਹੈ। ਜਿਹੜਾ ਪਰਿੰਦਾ ਵੀ ਖਾਣੇ ਵਾਲੀ ਚੀਜ਼ ਨੂੰ ਪੈਰ 'ਚ ਨੱਪਦਾ ਫਿਰ ਚੁੰਝ ਨਾਲ ਤੋੜ ਕੇ ਖਾਂਦਾ, ਉਹ ਹਰਾਮ ਆ। ਜਿਹੜਾ ਚੁੰਝ ਨਾਲ ਉੱਦਾਂ ਹੀ ਟਪਾ ਕੇ ਉਹਨੂੰ ਤੋੜਦਾ ਅਤੇ ਖਾਂਦਾ, ਉਹ ਹਲਾਲ ਹੈ। ਜਿਸ ਤਰ੍ਹਾਂ ਕਾਂ ਵਗੈਰਾ, ਤੁਸੀਂ ਦੇਖੋ ਕੋਈ ਚੀਜ਼ ਸਿੱਟੋ, ਉਹ ਰੋਟੀ ਦਾ ਟੁਕੜਾ ਸਿੱਟ ਕੇ ਦੇਖੋ ਅਤੇ ਉਹ ਫੱਟ ਪੈਰ 'ਚ ਨੱਪਣਗੇ, ਫਿਰ ਚੁੰਝ ਨਾਲ ਤੋੜਨਗੇ। ਤੋਤਾ ਵਗੈਰਾ ਆ, ਕੋਈ ਚੀਜ਼ ਵੀ ਹੋਵੇ, ਇਹ ਵੀ ਪੈਰ 'ਚ ਨੱਪਦਾ, ਫਿਰ ਚੁੰਝ ਨਾਲ ਤੋੜਦਾ। ਚੀਲ ਆ, ਮੁਰਗੀ ਦਾ ਬੱਚਾ ਚੁੱਕ ਲੈਂਦੀ ਹੈ ਨਾ, ਉਹ ਚੁੰਝ ਨਾਲ ਨਹੀਂ ਚੁੱਕਦੀ, ਪੈਰ 'ਚ ਚੁੱਕਦੀ ਹੈ, ਫਿਰ ਉੱਡਦੀ ਜਾਂਦੀ, ਪੈਰ 'ਚ ਨੱਪਿਆ ਹੋਇਆ, ਚੁੰਝ ਨਾਲ ਤੋੜ ਕੇ ਖਾਣਾ ਸ਼ੁਰੂ ਕਰ ਦਿੰਦੀ, ਮਾਰ ਲੈਂਦੀ ਹੈ, ਖਾਈ ਜਾਂਦੀ। ਇਸ ਤਰ੍ਹਾਂ ਇਹਨਾਂ ਦਾ ਅਸੂਲ ਇਹ ਹੀ ਹੈ ਕਿ ਵੀ ਇਹਨਾਂ ਦੀ ਪੰਜੇ 'ਚ ਜਿਹੜੀ ਚੀਜ਼ ਨੱਪੇ ਉਹ ਪਰਿੰਦਾ ਹਰਾਮ ਆ। ਜਿਹੜਾ ਪੰਜੇ 'ਚ ਨਹੀਂ ਨੱਪਦਾ, ਵੈਸੇ ਤੋੜ ਕੇ ਖਾਂਦਾ, ਉਹ ਹਲਾਲ ਹੈ। ਬਾਕੀ ਰਹਿ ਗਏ ਦਰਿੰਦੇ। ਜਿਹੜੇ ਆ ਦਰਿੰਦੇ ਸਾਰੇ ਹੀ ਹਰਾਮ, ਇਹਨਾਂ 'ਚ ਕੋਈ ਇਹਨਾਂ ਦਾ ਅਸੂਲ ਦੇਖਣ ਦੀ ਨਹੀਂ ਜ਼ਰੂਰਤ। ਜਿੰਨੇ ਵੀ ਦਰਿੰਦੇ ਆ, ਗੋਸ਼ਤਖੋਰ ਜਾਨਵਰ ਜਿਹੜੇ, ਸ਼ੇਰ, ਚੀਤਾ, ਭੇੜੀਆ, ਇਸ ਤਰ੍ਹਾਂ ਜਿੰਨੇ ਵੀ ਇਹ ਦਰਿੰਦੇ ਜਾਨਵਰ ਆ, ਕੁੱਤੇ ਹੋ ਗਏ, ਸਭ ਹਰਾਮ। ਇਹਨਾਂ ਲਈ ਕੋਈ ਕਾਨੂੰਨ ਅਸੂਲ ਨਹੀਂ ਦੇਖਣ ਦੀ ਜ਼ਰੂਰਤ ਕਿ ਇਹਨਾਂ ਦੇ ਕੰਨ ਖੜ੍ਹੇ ਆ ਤਾਂ ਹਲਾਲ ਆ ਜਾਂ ਕੰਨ ਨਹੀਂ ਖੜ੍ਹੇ ਤਾਂ ਫਿਰ ਹਰਾਮ ਆ। ਨਹੀਂ, ਇਹਨਾਂ ਲਈ ਕੋਈ ਅਸੂਲ ਨਹੀਂ, ਦਰਿੰਦੇ ਸਾਰੇ 1 to all ਹਰਾਮ। ਅਤੇ ਇਸ ਤਰ੍ਹਾਂ ਇਸਲਾਮ ਵਿੱਚ ਹਰ ਚੀਜ਼ ਅਸੂਲ ਦੇ ਮੁਤਾਬਕ ਆ। ਇਹ ਨਹੀਂ ਕਿ ਉਸੇ ਤਰ੍ਹਾਂ ਦੀ ਇੱਕ ਚੀਜ਼ ਇਹ ਜੀ ਹਲਾਲ ਆ, ਇੱਕ ਚੀਜ਼ ਉਸੇ ਤਰ੍ਹਾਂ ਦੀ। ਜਿਸ ਤਰ੍ਹਾਂ ਸੁੰਨਤਾਂ ਦੇ ਬਾਰੇ 'ਚ ਵੀ ਆਮ ਤੌਰ ਰੌਲਾ ਕਰਦੇ ਰਹਿੰਦੇ ਸਾਡੇ ਲੋਕ ਕਿ ਜੀ
ਕਿ ਜਿਹੜੀਆਂ ਅਸਰ ਤੇ ਇਸ਼ਾ ਇਹਨਾਂ ਦੀਆਂ ਜਿਹੜੀਆਂ ਚਾਰ ਚਾਰ ਸੁਨਤਾਂ ਆ ਇਹ ਗੈਰ ਮੁੱਕਦਾ ਆ, ਜ਼ੋਹਰ ਦੀਆਂ ਚਾਰ ਇਹ ਮੁੱਕਦਾ ਆ। ਇਸ ਤਰ੍ਹਾਂ ਨਹੀਂ ਹੈਗਾ। ਚਾਰ ਚਾਰ ਸੁਨਤਾਂ ਜਿਹੜੀਆਂ ਸਾਰੀਆਂ ਨਮਾਜ਼ਾਂ 'ਚ ਜਿਹਦੇ 'ਚ ਵੀ ਚਾਰ ਸੁਨਤਾਂ ਆ ਇਹ ਗੈਰ ਮੁੱਕਦਾ ਹੈ। ਦੋ ਦੋ ਜਿਹੜੀਆਂ ਇਹ ਸਾਰੀਆਂ ਹੀ ਮੁੱਕਦਾ। ਜਿੱਦਾਂ ਸੁਬਹ ਦੀ ਨਮਾਜ਼ 'ਚ ਦੋ ਸੁਨਤਾਂ, ਜ਼ੋਹਰ 'ਚ ਦੋ ਸੁਨਤਾਂ, ਮਗਰਿਬ 'ਚ ਦੋ ਸੁਨਤਾਂ, ਈਸ਼ਾ 'ਚ ਫਰਜ਼ਾਂ ਦੇ ਬਾਅਦ ਦੋ ਸੁਨਤਾਂ, ਇਹ ਸਾਰੀਆਂ ਹੀ ਮੁੱਕਦਾ ਆ। ਜਿੱਦਾਂ ਇਹ ਸਾਰੀਆਂ ਮੁੱਕਦਾ ਆ ਤੇ ਉਹ ਚਾਰ ਚਾਰ ਵਾਲੀਆਂ ਲਈ ਕਿੱਦਾਂ ਹੋ ਗਿਆ ਬਈ? ਅਸਰ ਦੀਆਂ ਗੈਰ ਮੁੱਕਦਾ, ਜ਼ੋਰ ਦੀਆਂ ਮੁੱਕਦਾ, ਈਸ਼ਾ ਦੀਆਂ ਗੈਰ ਮੁੱਕਦਾ। ਇਸ ਤਰ੍ਹਾਂ ਨਹੀਂ ਹੈਗਾ। ਕੱਲਾ ਕੱਲਾ ਯਾਦ ਰੱਖਣ ਜ਼ਰੂਰੀ ਨੇ। ਇਸਲਾਮ ਵਿੱਚ ਹਰ ਕੰਮ ਦਾ ਇੱਕ ਅਸੂਲ ਆ, ਇੱਕ ਕਾਨੂੰਨ ਆ। ਇਸ ਤਰ੍ਹਾਂ ਹੀ ਪਰਿੰਦਿਆਂ ਦੇ ਬਾਰੇ, ਇਸੇ ਤਰ੍ਹਾਂ ਹੀ ਹਰ ਚੀਜ਼ ਦੇ ਬਾਰੇ, ਇਹ ਸੁਨਤਾਂ ਦੇ ਬਾਰੇ ਵੀ ਇਸੇ ਤਰ੍ਹਾਂ ਅਸੂਲ ਆ ਕਿ ਚਾਰ ਚਾਰ ਜਿਹੜੀਆਂ ਇਹ ਗੈਰ ਮੁੱਕਦਾ ਔਰ ਦੋ ਦੋ ਜਿਹੜੀਆਂ ਇਹ ਮੁੱਕਦਾ ਹੈ। ਕਿੱਥੋਂ ਬੰਦ ਕਰਨਾ?